ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਜੋ ਹਰ ਰੋਜ਼ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ। ਇਤਿਹਾਸ ਦੇ ਵਿੱਚੋਂ ਕਥਾ ਵਿਚਾਰ ਨੂੰ ਜ਼ਰੂਰ ਸੁਣਿਓ। ਬਾਬਾ ਭਾਈ ਸਖਰਾਮ ਚੈਨਲ ਸਬਸਕ੍ਰਾਈਬ ਵੀ ਕਰਿਓ, ਲਾਇਕ ਵੀ ਕਰਿਓ ਤੇ ਸ਼ੇਅਰ ਵੀ ਕਰ ਦਿਓ। ਸਤਿਗੁਰੂ ਜੀ ਨੇ ਜੱਗ ਕਰਨਾ ਤੇ ਬ੍ਰਾਹਮਣਾਂ ਦੀ ਈਰਖਾ ਦੇਖਣੀ ਤੇ ਪ੍ਰੀਖਿਆ ਕਰਨੀ। ਜੱਗ ਦੇ ਵਿੱਚ ਵੀ ਸਿੱਖ ਕੀ ਸਮਝਦੇ ਆ। ਹੁਣ ਸਤਿਗੁਰੂ ਨੈਣਾ ਦੇਵੀ ਦੇ ਜਦੋਂ ਟਿੱਲੇ ਤੋਂ ਸਾਧ ਸੰਗਤ, ਹੁਣ ਕੇਸੋਦਾਸ ਪੰਡਤ ਵੀ ਭੱਜ ਗਿਆ, ਦੋਹੇ ਪੰਡਤ ਭੱਜ ਗਏ। ਹੁਣ ਜਿੰਨੀ ਸਮੱਗਰੀ ਪਈ ਸੀ ਸਤਿਗੁਰੂ ਨੇ ਸਾਰੀ ਚੱਕੀ ਤੇ ਮਾਰੀ ਹਵਨ ਕੁੰਡ ਦੇ ਵਿੱਚ। ਹੁਣ ਉਹਦੀਆਂ ਲਾਟਾਂ ਤਾਂ ਨਿਕਲਣੀਆਂ ਸੀ, ਧੂੰਆਂ ਵੀ ਹੋਣਾ ਸੀ। ਜਦੋਂ ਵੱਡੀਆਂ ਵੱਡੀਆਂ ਲਾਟਾਂ ਨਿਕਲੀਆਂ ਤੇ ਸਤਿਗੁਰੂ ਜੀ ਭੱਜ ਕੇ ਥੱਲੇ ਆ ਗਏ। ਕਹਿੰਦੇ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਤੇ ਨੰਗੀ ਤਲਵਾਰ ਲੈ ਕੇ ਖੜ ਕੇ ਕਹਿੰਦੇ ਵੀ ਆਹ ਦੇਵੀ ਆ, ਦੁਸ਼ਟਾਂ ਨੂੰ ਸੋਧਦੀ ਹੈ, ਚੰਗਿਆਂ ਨੂੰ ਰਾਹੇ ਪਾਉਂਦੀ ਹੈ, ਵੀ ਇਹੀ ਦੇਵੀ ਹੈ, ਭੁੱਲਿਆਂ ਭਟਕਿਆਂ ਨੂੰ ਰਾਹ ਪਾਉਣ ਵਾਲੀ। ਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਕਰਦੇ ਕਰਦੇ ਤੇ ਫਿਰ ਜਦੋਂ ਨੈਣਾ ਦੇਵੀ ਦੇ ਟਿੱਲੇ ਦਾ ਹੋਮ ਹਵਨ ਸਮਾਪਤ ਹੋ ਗਿਆ, ਕਿਸੇ ਨਵੇਂ ਜੋਸ਼ ਉਤਸ਼ਾਹ ਤੇ ਨਵੀਂ ਰੋਸ਼ਨੀ ਨਾਲ ਪ੍ਰਭਾਵਸ਼ਾਲੀ ਹੋ ਕੇ ਸਤਿਗੁਰੂ ਜੀ ਨੈਣਾ ਦੇਵੀ ਦੇ ਟਿੱਲੇ ਤੋਂ ਹੇਠਾਂ ਉਤਰੇ। ਸਤਿਗੁਰੂ ਜੀ ਜੋਸ਼ ਵਿੱਚ ਭੱਜੇ ਆਏ। ਉਹਨਾਂ ਨੇ ਨਾ ਕਿਸੇ ਨੂੰ ਕੁਝ ਆਖਿਆ ਤੇ ਨਾ ਹੀ ਕੋਈ ਹੁਕਮ ਦਿੱਤਾ। ਕਿਸੇ ਸਿੱਖ ਸੇਵਕ ਨੇ ਵੀ ਉਹਨਾਂ ਨੂੰ ਨਹੀਂ ਰੋਕਿਆ ਤੇ ਨਾ ਕੁਝ ਹੀ ਪੁੱਛਿਆ। ਹੁਣ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਮੁਖੀ ਸਿੰਘਾਂ ਨੂੰ ਪਾਸ ਸੱਦਿਆ ਤੇ ਹੁਕਮ ਕੀਤਾ। ਕਹਿੰਦਾ ਜੱਗ ਕਰੋ ਮਹਾਰਾਜ। ਕਹਿੰਦੇ ਜੱਗ, ਜੋ ਸਮੱਗਰੀ ਖਾਣ ਵਾਲੀ ਬਚੀ ਹੈ ਉਹ ਸਾਰੀ ਰਿੰਨ ਪਕਾ ਕੇ ਤਿਆਰ ਕਰੋ, ਭਾਰੀ ਜੱਗ ਕੀਤਾ ਜਾਵੇਗਾ। ਫਿਰ ਉਹਨਾਂ ਨੂੰ ਪ੍ਰਸ਼ਾਦ ਛਕਾਉਣਾ ਹੈ। ਜਿਹੜੇ ਹਿੰਦੂ ਸਮਾਜ ਦੀ ਕਤਾਰ ਤੋਂ ਬਾਹਰ ਰਹਿੰਦੇ ਹਨ ਉਹਨਾਂ ਨੂੰ ਛਕਾਉਣਾ, ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ। ਸ਼ੂਦਰ ਤੇ ਬੈਸ ਇਹਨਾਂ ਦੋਹਾਂ ਜਾਤੀਆਂ ਦੇ ਨਾਲ ਜੁੜ ਕੇ ਬੈਠਣਗੇ। ਬ੍ਰਾਹਮਣ ਤੇ ਖੱਤਰੀ ਚੌਹਾਂ ਹੀ ਵਰਨਾਂ ਦਾ ਸਾਂਝਾ ਲੰਗਰ ਹੀ ਨਹੀਂ ਬਲਕਿ ਪੰਗ ਤੇ ਜੱਗ ਤਾਦੀ ਪਵਿੱਤਰ ਸਮਝਿਆ ਜਾਵੇਗਾ। ਜੇਕਰ ਪਹਿਲਾਂ ਸ਼ੂਦਰ ਬੈਠਣਗੇ ਉਲਟੀ ਚਾਲ ਚੱਲੇਗੀ। ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਨੇੜੇ ਨਹੀਂ ਸੀ ਕੋਈ ਢੁੱਕਣ ਦਿੰਦਾ, ਸਤਿਗੁਰੂ ਜੀ ਕਹਿੰਦੇ ਪਹਿਲਾਂ ਉਹ ਬੈਠਣਗੇ। ਸ਼ੂਦਰ ਪੂਜਾ ਕਰਨਗੇ, ਬ੍ਰਾਹਮਣ ਕਿਰਤ ਕਰਨਗੇ। ਅਸੀਂ ਮਨੁੱਖਤਾ ਦੇ ਅਸਲੇ ਨੂੰ ਜਗਤ ਵਿੱਚ ਵਿਖਾਉਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਅਸਲੀ ਗੱਲ ਆ ਜਿਹੜੀ, ਜਿਹੜੇ ਬ੍ਰਾਹਮਣ ਬੈਠ ਕੇ ਖਾਂਦੇ ਨੇ ਇਹਨਾਂ ਨੂੰ ਕਿਰਤ ਕਰਨੀ ਪਊ। ਮਨੁੱਖ ਨਾਲ ਪ੍ਰੇਮ ਕਰਨਾ ਸਿੱਖੇ। ਜਦ ਮਨੁੱਖ ਨਾਲ ਮਨੁੱਖ ਹੀ ਪਿਆਰ ਕਰੇਗਾ ਤਾਂ ਰੱਬ ਮਿਲੇਗਾ। ਫਿਰ ਸੱਚੀ ਸ਼ਕਤੀ ਪੈਦਾ ਹੋਵੇਗੀ, ਨਵਾਂ ਹੀ ਪਿਆਰ ਉਤਪੰਨ ਹੋਵੇਗਾ ਤੇ ਉਸ ਪਿਆਰ ਦਾ ਫਲ ਹੋਵੇਗਾ ਇਕੱਠ, ਤੇ ਉਸ ਇਕੱਠ ਵਿੱਚੋਂ ਪ੍ਰਗਟ ਹੋਵੇਗੀ ਅਣਖ। ਸੁਤੰਤਰਤਾ, ਧਰਮ ਦੀ ਰੱਖਿਆ ਤੇ ਸੇਵਾ ਦਾ ਬਲਬਲਾ। ਬਸ
ਫਿਰ ਦੇਸ਼ ਦੀ ਕਲਿਆਣ ਹੋ ਜਾਵੇਗੀ। ਜਦੋਂ ਇਸ ਤਰ੍ਹਾਂ ਸਾਰੇ ਇਕੱਠੇ ਹੋ ਗਏ ਨਾ, ਮਹਾਰਾਜ ਕਹਿੰਦੇ ਸਾਰੇ ਦੇਸ਼ ਦੀ ਫੇਰ ਕਲਿਆਣ ਹੋਵੇਗੀ। ਬ੍ਰਾਹਮਣਾਂ ਦਾ ਪਾਜ ਖੁੱਲ੍ਹ ਗਿਆ। ਉਹ ਦੇਵੀ ਨਹੀਂ ਪ੍ਰਗਟ ਕਰ ਸਕੇ ਤੇ ਨਾ ਹੀ ਕਰ ਸਕਦੇ ਹਨ। ਉਹ ਤਾਂ ਐਵੇਂ ਫੋਕੀਆਂ ਫੜਾਂ ਮਾਰਦੇ ਹਨ। ਉਹ ਮੈਦਾਨ ਵਿੱਚੋਂ ਨੱਠ ਗਏ। ਝੂਠ ਦੇ ਹਨੇਰੇ ਦਾ ਪਰਛਾਵਾਂ ਢਲ ਗਿਆ। ਹੁਣ ਸੱਚਾਈ ਦਾ ਤੇ ਤੇਜਸਵੀ ਸੂਰਜ ਉਦੇ ਹੋਵੇਗਾ। ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਮਨੋਰਥ ਨੂੰ ਅਸਲੀ ਜਾਮਾ ਪਹਿਨਾਇਆ ਜਾਵੇਗਾ। ਕੋਈ ਕਿਸੇ ਨਾਲ ਈਰਖਾ ਨਹੀਂ ਕਰੇਗਾ। ਕੋਈ ਕਿਸੇ ਕੋਲੋਂ ਵੰਗਾਰ ਨਹੀਂ ਲਵੇਗਾ। ਸਾਰੇ ਭਰਾ ਬਣ ਕੇ ਰਹਿਣਗੇ। ਅਖਵਾਉਣਗੇ ਭਾਈ ਬਸ ਭਾਈਆਂ ਦੇ ਇਕੱਠ ਦਾ ਜੱਗ ਕਰੋ। ਹੁਣ ਹੁਕਮ ਹੋ ਗਿਆ। ਉਸੀ ਵੇਲੇ ਜੱਗ ਦੀ ਤਿਆਰੀ ਹੋਈ। ਕੜਾਹ ਪ੍ਰਸ਼ਾਦ, ਪੂੜੀਆਂ, ਫੁਲਕੇ, ਭਾਜੀਆਂ ਤੇ ਦਾਲੇ ਤਿਆਰ ਹੋ ਗਏ। ਸਤਿਗੁਰੂ ਜੀ ਨੇ ਆਪ ਅਰਦਾਸਾ ਸੋਧਿਆ ਉਸ ਜੱਗ ਦਾ। ਉਸ ਅਰਦਾਸੇ ਦੇ ਪਿੱਛੋਂ ਆਪ ਪੰਗਤ ਵਿੱਚ ਬਿਰਾਜਮਾਨ ਹੋ ਗਏ ਸਤਿਗੁਰੂ ਜੀ। ਉਹਨਾਂ ਦੇ ਲਾਗੇ ਮੁਖੀ ਸਿੱਖ ਸਨ ਤੇ ਸ਼ੂਦਰ ਵੀ ਨਾਲ ਬੈਠੇ ਹੋਏ ਸਨ। ਪੱਤਲਾਂ ਵਰਤੀਆਂ ਗਈਆਂ, ਭਾਂਡੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਸ਼ੂਦਰ ਤੇ ਬੈਸ ਵੀ ਬੈਠ ਗਏ। ਕੁਝ ਕੁ ਖੱਤਰੀ ਵੀ ਆ ਬੈਠੇ, ਪਰ ਬ੍ਰਾਹਮਣ ਅੜ ਖਲੋਤੇ। ਉਹ ਨਹੀਂ ਆ ਬੈਠੇ, ਉਹ ਅੜ ਗਏ। ਉਹਨਾਂ ਵਿੱਚੋਂ ਇੱਕ ਮੁਖੀ ਬ੍ਰਾਹਮਣ ਨੇ ਉੱਚੀ ਕੂਕ ਕੇ ਆਖਿਆ, ਇਹ ਕਦੀ ਨਹੀਂ ਹੋ ਸਕਦਾ ਕਿ ਬ੍ਰਾਹਮਣ ਤੋਂ ਪਹਿਲਾਂ ਸ਼ੂਦਰ ਤੇ ਬੈਸਾਂ ਨੂੰ ਜੱਗ ਵਿੱਚ ਪ੍ਰਸ਼ਾਦ ਛਕਾਇਆ ਜਾਵੇ। ਬ੍ਰਾਹਮਣ ਬ੍ਰਹਮਾ ਦਾ ਮੁੱਖ ਹਨ। ਇਹ ਉੱਤਮ ਕੁਲ ਦੇ ਨੀਚਾਂ ਨਾਲ ਨਹੀਂ ਬੈਠ ਸਕਦੇ। ਬ੍ਰਾਹਮਣਾਂ ਦੇ ਬੈਠਣ ਵਾਸਤੇ ਕੋਈ ਵੱਖਰੀ ਥਾਂ ਨਹੀਂ ਹੈ। ਕਿੱਥੇ ਬੈਠ ਗਏ? ਇਸ ਪਵਿੱਤਰ ਭਾਰਤ ਭੂਮੀ ਉੱਤੇ ਕਦੀ ਇਹ ਅਨਰਥ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਸਰਾਪ ਦੇ ਦੇਵਾਂਗੇ ਤੇ ਰਾਜਿਆਂ ਕੋਲ ਪੁਕਾਰ ਕਰਾਂਗੇ। ਬ੍ਰਾਹਮਣਾਂ ਦੇ ਹੱਕ ਸ਼ੂਦਰਾਂ ਨੂੰ ਨਹੀਂ ਮਿਲ ਸਕਦੇ। ਤੁਸੀਂ ਬੇਸ਼ੱਕ ਇਹ ਪਾਗਲਪਨ ਕਰੋ। ਜਿਹੜੇ ਬਾਹਮਣ ਮੁਖੀ ਸੀ ਨਾ ਪੰਡਤ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ ਵੀ ਰਾਜੇ ਕੋਲ ਸ਼ਿਕਾਇਤ ਕਰਾਂਗੇ ਤੇ ਪੁਕਾਰ ਕਰਾਂਗੇ। ਬ੍ਰਾਹਮਣਾਂ ਦੇ ਹੱਕ ਜਿਹੜੇ ਸ਼ੂਦਰ ਹੈ ਨਾ, ਨਹੀਂ ਬੈਠ ਸਕਦੇ ਵਿੱਚ। ਇਹ ਪਵਿੱਤਰਤਾ ਨੂੰ ਭੰਗ ਕਰੋਗੇ ਤੁਸੀਂ। ਇਹ ਉਲਟੀ ਰੀਤ ਨਾ ਚਲਾਵੋ। ਸਤਿਗੁਰੂ ਜੀ ਨੂੰ ਕਹਿਣ ਲੱਗੇ ਬ੍ਰਾਹਮਣ। ਹੁਣ ਪਾਗਲਪਨ ਸ਼ਬਦ ਦੇ ਉਚਾਰਨ ਦੀ ਢਿੱਲ ਸੀ ਕਿ ਉਹ ਬੋਲਣ ਵਾਲਾ ਬ੍ਰਾਹਮਣ ਖੁਦ ਹੀ ਪਾਗਲ ਹੋ ਗਿਆ। ਜਦੋਂ ਉਹਨੇ ਪਾਗਲ ਦੂਜਿਆਂ ਨੂੰ ਕਿਹਾ, ਮਹਾਰਾਜ ਨੂੰ ਪਾਗਲ ਕਹਿੰਦਾ ਸੀ ਨਾ ਵੀ ਇਹ ਪਾਗਲਪੁਣਾ ਨਾ ਕਰੋ, ਉਹ ਖੁਦ ਹੀ ਪਾਗਲ ਹੋ ਗਿਆ। ਉਸੇ ਵੇਲੇ ਚੀਕਾਂ ਮਾਰਦਾ ਤੇ ਲੀੜੇ ਪਾੜਦਾ ਹੋਇਆ ਜੱਗ ਮੰਡਲ ਵਿੱਚੋਂ ਬਾਹਰ ਚਲਿਆ ਗਿਆ। ਉਸ ਉੱਤੇ ਸੰਗਤ ਹੈਰਾਨ ਵੀ ਹੋਈ ਤੇ ਹੱਸੀ ਵੀ ਬਹੁਤ। ਉਸਦੇ ਦੂਸਰੇ ਭਾਈ ਬ੍ਰਾਹਮਣਾਂ ਵੀ ਰੌਲਾ ਮਚਾ ਲਿਆ। ਇਹ ਸਭ ਕੁਝ ਸੁਣ ਦੇ ਕੇ ਸਤਿਗੁਰੂ ਜੀ ਆਪ ਆਸਣ ਤੋਂ ਉੱਠੇ ਤੇ ਕ੍ਰੋਧ ਨਾਲ ਚਿਹਰਾ ਤੇ ਨੇਤਰ ਲਾਲ ਕਰਕੇ ਮਹਾਰਾਜ ਬੋਲੇ। ਮਹਾਰਾਜ ਕਹਿੰਦੇ, ਭਾਰਤ ਨੂੰ ਗੁਲਾਮ ਤੇ ਜੰਜੀਲ ਕਰਨ ਵਾਲੇ ਬ੍ਰਾਹਮਣੋ, ਤੁਸਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਇਹ ਤੁਸਾਂ ਦੇ ਭਾਗ ਦੀ ਗੱਲ ਹੈ। ਜਿਹੜੇ ਤੁਹਾਡੇ ਭਾਗਾਂ 'ਚ ਉਹ ਤੁਹਾਨੂੰ ਮਿਲਣਾ ਹੈ। ਵਿਧਾਤਾ ਅੱਜ ਨਹੀਂ ਚਾਹੁੰਦਾ ਕਿ ਤੁਸੀਂ ਚੰਮਦੀਆਂ ਚਲਾਓ। ਇਹ ਆ ਕੇ ਸਤਿਗੁਰਾਂ ਨੇ ਆਪਣੇ ਉਚਾਰੇ ਹੋਏ ਸਵਈਏ ਆਪ ਹੀ ਜੋਸ਼ ਨਾਲ ਪੜ੍ਹਨੇ ਆਰੰਭ ਕਰ ਦਿੱਤੇ। ਮਹਾਰਾਜ ਕਹਿੰਦੇ, ਸਵਈਆ ਜੋ ਕੁਛ ਲੇਖ ਲਿਖਿਓ
ਬਿਧਨਾ ਸੋਈ ਪਾਇਓ, ਮਿਸਰਜੂ ਸ਼ੋਕ ਨਿਵਾਰੋ। ਮੇਰੋ ਕੁਛ ਅਪਰਾਧ ਨਹੀਂ, ਗਿਓ ਜਾਦ ਤੇ ਭੂਲਨੈ ਕੋਪ ਅਚਤਾਰੋ। ਬਾਗੋ ਨਿਹਾਲੀ ਪੱਠੋ ਦੇਹੋ, ਆਜ ਭਲੇ ਤੁਮਕੋ ਨਿਹਚੇ ਜੀ ਧਾਰੋ। ਛਤਰੀ ਸਭੇ ਕਿਰਤ ਵਿਪਨ ਕੇ, ਇਨਹੂ ਪੈ ਕਟਾਸ਼ ਕਿਰਪਾ ਕੇ ਨਿਹਾਰੇ। ਮਹਾਰਾਜ ਕਹਿੰਦੇ ਪੰਡਤ ਮਿਸਰ ਜੀ, ਗੁੱਸਾ ਕਿਉਂ ਕਰਦੇ ਹੋ? ਜੋ ਕੁਝ ਤੁਸਾਂ ਦੇ ਭਾਗਾਂ ਵਿੱਚ ਹੈ ਸੋ ਮਿਲੇਗਾ। ਅਸਾਂ ਨੂੰ ਸੱਦਣ ਦਾ ਚੇਤਾ ਨਹੀਂ ਰਿਹਾ। ਗਮ ਦਾ ਤਿਆਗ ਕਰੋ। ਪਰਦੇਸੀ ਤੇ ਲੋੜਵੰਦ ਜਾਣ ਕੇ ਤੁਸਾਂ ਨੂੰ ਬਹੁਤ ਕੁਝ ਦਿੱਤਾ ਜਾਵੇਗਾ। ਤੁਸੀਂ ਚੰਗੇ ਜੇ, ਪਰ ਇਹਨਾਂ ਵੱਲ ਵੀ ਦੇਖੋ। ਇਹ ਵੀ ਇੱਕ ਰਾਜ ਰਿਸ਼ੀਆਂ ਦੀ ਵੰਸ਼ ਹੈ। ਗਰੀਬ ਲੋਕ ਆ ਜਿਹੜੇ, ਤੁਸਾਂ ਦੀ ਕਿਰਤ ਨਹੀਂ, ਇਹਨਾਂ ਤੋਂ ਬਿਨਾਂ ਤੁਸੀਂ ਕੁਝ ਵੀ ਨਹੀਂ। ਪਰ ਬ੍ਰਾਹਮਣਾਂ ਨੇ ਫਿਰ ਵੀ ਸੰਤੋਖ ਨਾ ਕੀਤਾ। ਗਰਮ ਹੋ ਖਲੋਤੇ, ਸੂਦਰਾਂ ਤੇ ਬੈਸਾਂ ਦੀ ਨਿੰਦਾ ਕਰਨ ਲੱਗੇ। ਤਾਂ ਸਤਿਗੁਰੂ ਵੀ ਸਿੱਧੇ ਹੋ ਖਲੋਤੇ। ਮਹਾਰਾਜ ਕਹਿੰਦੇ ਸਵਈਆ ਯੁੱਧ ਜਿੱਤੇ ਇਨਹੀ ਹੀ ਪ੍ਰਸ਼ਾਦ, ਇਨਹੀ ਕੇ ਪ੍ਰਸ਼ਾਦ ਸੋ ਦਾਨ ਕਰੇ। ਅਗ ਔਗ ਟਰੇ ਇਨਹੀ ਕੇ ਪ੍ਰਸ਼ਾਦ, ਇਨਹੀ ਕੀ ਕਿਰਪਾ ਪੁਨ ਧਾਮ ਭਰੇ। ਇਨਕੇ ਪ੍ਰਸ਼ਾਦ ਸੋ ਵਿਦਿਆ ਲਈ, ਇਨਹੀ की कृपा सब शतर मरे। इनकी कृपा से सजे हम हैं नहीं, मोह सोच गरीब करोड़ परे। ਮਹਾਰਾਜ ਕਹਿੰਦੇ ਹੇ ਪੰਡਤੋ, ਰਤਾ ਜ਼ਬਾਨ ਸੰਭਾਲੋ। ਵੱਧ ਘੱਟ ਕਹਿਣ ਦੀ ਲੋੜ ਨਹੀਂ। ਜਿਨ੍ਹਾਂ ਨੂੰ ਤੁਸੀਂ ਮਾੜੇ ਆਖ ਰਹੇ ਹੋ, ਇਹਨਾਂ ਦੀ ਕਿਰਪਾ ਨਾਲ ਤਾਂ ਅਸਾਂ ਲੜਾਈਆਂ ਜਿੱਤੀਆਂ। ਇਹ ਸੂਰਮੇ ਅਸਾਂ ਦੀ ਸਹਾਇਤਾ ਕਰਦੇ ਰਹੇ ਹਨ। ਹੇ ਪੰਡਤ, ਇਹਨਾਂ ਦੀ ਤਾਂ ਅਸੀਂ ਪੂਜਾ ਕਰਾਂਗੇ, ਇਹਨਾਂ ਗਰੀਬਾਂ ਲੋਕਾਂ ਦੀ, ਕਿਉਂਕਿ ਇਹਨਾਂ ਦੀ ਕਿਰਪਾ ਨਾਲ ਜਨਮ ਜਨਮ ਦੇ ਪਾਪ ਕੱਟੇ ਗਏ ਹਨ ਤੇ ਅਸਾਂ ਦਾ ਘਰ ਮਾਇਆ ਤੇ ਪਦਾਰਥਾਂ ਨਾਲ ਭਰਿਆ ਪਿਆ। ਇਹਨਾਂ ਦੀ ਕਿਰਪਾ ਨਾਲ ਅਸਾਂ ਵਿੱਦਿਆ ਪ੍ਰਾਪਤ ਕੀਤੀ ਹੈ। ਸਾਰੇ ਸ਼ਤਰੂ ਵੀ ਇਹਨਾਂ ਦੀ ਕਿਰਪਾ ਨਾਲ ਮਰੇ ਹਨ। ਜੇ ਸੱਚ ਪੁੱਛੋ ਤਾਂ ਅਸਾਂ ਜੋ ਮਨ ਵਡਿਆਈ ਪ੍ਰਾਪਤ ਕੀਤੀ ਹੈ ਉਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਹੀ ਕੀਤੀ ਹੈ। ਨਹੀਂ ਤੇ ਹੋਰ ਅਸਾਂ ਵਰਗੇ ਕਰੋੜਾਂ ਪੁਰਸ਼ ਤੁਰੇ ਫਿਰਦੇ ਹਨ ਇੱਥੇ। ਇਹਨਾਂ ਦੀ ਨਿੰਦਿਆ ਨਾ ਕਰੋ। ਸਾਰੀ ਸ਼ਕਤੀ ਗਰੀਬਾਂ ਦੇ ਹੱਥ ਆਉਣੀ ਹੈ, ਕੋਈ ਸਮਾਂ ਇਹ ਆਊਗਾ। ਪੰਡਤਾਂ ਨੂੰ ਬੜਾ ਲਲਕਾਰ ਕੇ ਮਹਾਰਾਜ ਨੇ ਸਵਈਆਂ ਦੇ ਰਾਹੀਂ ਸਮਝਾਇਆ। ਮਹਾਰਾਜ ਕਹਿੰਦੇ ਸੇਵ ਕਰੀਏ ਨੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਦਾਨ ਦਿਓ ਇਨੀ ਕੋ ਭਲਿਓ, और आन को दान न लागत नीको। आगे फले इन्हीं को, दो जग में जस और दो सब फीको। मोह ग्रह में तन ते मन ते सिर लो, तहन है सभी इन्हीं को। ਮਹਾਰਾਜ ਕਹਿੰਦੇ ਆਓ ਅੱਜ ਤੋਂ ਇਹਨਾਂ ਦੀ ਸੇਵਾ ਕੀਤੀ ਸਾਨੂੰ ਚੰਗੀ ਲੱਗਦੀ ਹੈ। ਹੋਰ ਕਿਸੇ ਬ੍ਰਾਹਮਣ ਜਾਂ ਦੇਵੀ ਦੇਵਤਾ ਦੀ ਸੇਵਾ ਕੀਤੀ ਸ਼ੋਭਾ ਨਹੀਂ ਦਿੰਦੀ। ਜੇਕਰ ਦਾਨ ਦੇਣ ਦੀ ਲੋੜ ਪਵੇ ਤਾਂ ਇਹਨਾਂ ਸਿੱਖਾਂ ਨੂੰ ਹੀ ਦਿੱਤਾ ਜਾਇਆ ਕਰੇਗਾ, ਗਰੀਬਾਂ ਨੂੰ। ਹੋਰ ਕਿਸੇ ਨੂੰ ਦਿੱਤਾ ਦਾਨ ਤੁਹਾਡਾ ਲੱਗਣਾ ਵੀ ਨਹੀਂ ਤੇ ਚੰਗਾ ਵੀ ਨਹੀਂ ਲੱਗਣਾ। ਵਾਹਿਗੁਰੂ ਦੀ ਦਰਗਾਹ ਵਿੱਚ ਫਲੇਗਾ ਤੇ ਪ੍ਰਵਾਨ ਹੋਵੇਗਾ ਗਰੀਬਾਂ ਨੂੰ ਦਿੱਤਾ ਹੋਇਆ ਦਾਨ। ਜਗਤ ਦੇ ਵਿੱਚ ਜਸ ਹੈ, ਹੋਰ ਸਭ ਦਾਨ ਦਿੱਤੇ ਫਜ਼ੂਲ ਹਨ। ਅਸੀਂ ਤਾਂ ਸੱਚ ਆਖਦੇ ਹਾਂ ਕਿ ਅਸਾਂ ਘਰ, ਮਨ, ਤਨ, ਸਿਰ ਤੇ ਦੌਲਤ, ਗੱਲ ਕੀ ਸਭ ਕੁਝ ਇਹਨਾਂ ਦੇ ਹਵਾਲੇ ਹੈ। ਜਿਨ੍ਹਾਂ ਨੂੰ ਤੁਸੀਂ ਮਾੜੇ ਆਖਦੇ ਹੋ, ਮਾਨਸ ਕੀ ਜਾਤ ਸਭ ਇੱਕ ਹੈ ਜਾਓ। ਬੇਸ਼ੱਕ ਨਾ ਪ੍ਰਸ਼ਾਦ ਛਕੋ, ਕੋਈ ਪਰਵਾਹ ਨਹੀਂ। ਸਾਨੂੰ ਕੋਈ ਸਰਾਫ ਨਹੀਂ ਲੱਗੇਗਾ, ਜਾਓ ਭਾਜੋ। ਹੁਣ ਸਤਿਗੁਰੂ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਪੰਡਤ ਹੌਲੇ ਹੋ ਗਏ।
ਥੋੜ੍ਹੇ ਜਿਹੇ ਨੱਕ ਮਰੋੜਦੇ ਹੋਏ ਤੁਰ ਗਏ ਅਤੇ ਬਾਕੀ ਦੇ ਸੂਦਰਾਂ ਬੈਸਾਂ ਨਾਲ ਹੀ ਬੈਠ ਕੇ ਜੱਗ ਵਿੱਚੋਂ ਪ੍ਰਸ਼ਾਦਾ ਛਕਣ ਲੱਗ ਪਏ। ਇਹ ਜੱਗ ਨਿਰਵਿਘਨ ਸਮਾਪਤ ਹੋਇਆ ਅਤੇ ਹਰ ਪਾਸੇ ਜੈ ਜੈ ਹੁੰਦੀ ਰਹੀ। ਇਹ ਸੀ ਗੱਲਾਂ ਸਤਿਗੁਰੂ ਦੇ ਜੱਗ ਦੀਆਂ, ਜਿਹੜੀਆਂ ਕਿ ਅੱਜ ਅਮੀਰ ਗਰੀਬ ਜੋ ਤਕੜੇ ਮਾੜੇ ਸਾਰੇ ਆਪਾਂ ਬੈਠ ਕੇ ਪੰਗਤਾਂ ਦੇ ਵਿੱਚ ਛਕਦੇ ਹਾਂ ਨਾ ਸਾਧ ਸੰਗਤ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ ਅਤੇ ਗੁਰੂ ਅਮਰਦਾਸ ਮਹਾਰਾਜ ਦੀ। ਹੁਣ ਸਤਿਗੁਰੂ ਨੇ ਸਿਰਾਂ ਦੀ ਪੱਗ ਮੰਗ ਕਰਨੀ, ਅੰਮ੍ਰਿਤ ਛਕਾਉਣਾ। ਹੁਣ 1756 ਬਿਕਰਮੀ ਦੀ ਵਿਸਾਖੀ ਦਾ ਪੁਰਬ ਆ ਗਿਆ। ਭਾਵੇਂ ਹਰ ਇੱਕ ਵਿਸਾਖੀ ਦੇ ਪੁਰਬ ਸਮੇਂ ਚੰਗੀ ਰੌਣਕ ਅਤੇ ਮੇਲਾ ਲੱਗਦਾ ਸੀ, ਪਰ ਇਸ ਵਿਸਾਖੀ ਦੇ ਉੱਤੇ ਤਾਂ ਚੇਚਾ ਮੇਲਾ ਲੱਗੇਗਾ। ਸਤਿਗੁਰੂ ਨੇ ਮਸੰਦਾਂ ਤੇ ਮੁਖੀ ਸਿੱਖਾਂ ਨੂੰ ਪੱਕੀ ਕੀਤੀ ਕਿ ਜ਼ਰੂਰ ਵਿਸਾਖੀ ਦੇ ਪੁਰਬ ਸਮੇਂ ਧੂਮ ਧਾਮ ਨਾਲ ਪੁੱਜੋ, ਪਰ ਕਿਸੇ ਨੂੰ ਆਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਕੁਝ ਨਾ ਦੱਸਿਆ ਜਾਵੇ। ਦੂਸਰਾ, ਨੈਣਾ ਦੇਵੀ ਦੇ ਟਿੱਲੇ ਉੱਤੇ ਹਵਨ ਤੇ ਮਹਾਂ ਜੱਗ ਕਰਨ ਦੀ ਚਰਚਾ ਵੀ ਬਹੁਤ ਖਿਲਰ ਗਈ ਸੀ ਤੇ ਭਾਂਤ ਭਾਂਤ ਦੀਆਂ ਬਾਤਾਂ ਖਿਲਰ ਗਈਆਂ ਸਨ। ਸਿੱਖ ਸੰਗਤ ਨੂੰ ਇਹ ਵੀ ਚਾਹ ਸੀ ਕਿ ਉਹ ਪਤਾ ਕਰਨ ਕਿ ਮਾਮਲਾ ਕੀ ਹੈ। ਇਹਨਾਂ ਕਾਰਨਾਂ ਦੇ ਕਾਰਨ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ ਵੀ ਦੇਖਾਂਗੇ ਸਤਿਗੁਰੂ ਜੀ ਕੋਲੇ ਜਾ ਕੇ ਗਰੀਬ ਲੋਕਾਂ ਨੂੰ ਕਿਵੇਂ ਪੰਗਤ ਦੇ ਵਿੱਚ ਬਿਠਾਇਆ ਗਿਆ, ਕਿਵੇਂ ਪ੍ਰਸ਼ਾਦਾ ਛਕਾਇਆ ਗਿਆ, ਕੀ ਮਹਾਰਾਜ ਨੇ ਕਿਹਾ, ਕੀ ਕਾਰਜ ਅੱਜ ਕਰ ਰਹੇ ਉਹ ਦੇਖਾਂਗੇ ਚੱਲ ਕੇ। ਸੰਗਤ ਕਹਿਣ ਲੱਗੀ। ਜਿੱਥੇ ਹੁਣ ਕੇਸਗੜ੍ਹ ਸਾਹਿਬ ਗੁਰਦੁਆਰਾ ਹੈ, ਇਸ ਟਿੱਬੇ ਦੇ ਉੱਤੇ ਤੰਬੂ ਲਾਇਆ ਗਿਆ। ਤੰਬੂ ਦੇ ਅੱਗੇ ਚਾਂਦਨੀਆਂ ਤਾਣੀਆਂ ਗਈਆਂ, ਸੁੰਦਰ ਸਟੇਜ ਤਿਆਰ ਕੀਤੀ ਗਈ। 20,000 ਤੋਂ ਉੱਪਰ ਸੰਗਤ ਦੇ ਬੈਠਣ ਦਾ ਪ੍ਰਬੰਧ ਸੀ। ਮਸੰਦਾਂ ਨੇ ਸੰਗਤ ਨੂੰ ਥਾਂ ਥਾਂ ਸਿਰ ਬਿਠਾਇਆ। ਰਾਗੀ ਤੇ ਢਾਡੀ ਗੁਰਬਾਣੀ ਗੁਰੂ ਜਸ ਤੇ ਇਤਿਹਾਸ ਸੁਣਾਉਣ ਲੱਗੇ। ਜਿਸ ਵੇਲੇ ਐਸਾ ਦੀਵਾਨ ਸੱਜ ਗਿਆ, ਹਰ ਪਾਸੇ ਚੁੱਪ ਛਾ ਗਈ। ਸ਼ਾਂਤੀ ਦਾ ਪੂਰਾ ਬਾਜੂਮੰਡਲ ਸੀ ਤਾਂ ਸਟੇਜ ਵਾਲੇ ਸਿੰਘਾਸਣ ਤੋਂ ਉੱਠ ਕੇ ਸਤਿਗੁਰੂ ਜੀ ਤੰਬੂ ਵਿੱਚ ਚਲੇ ਗਏ। 15 ਕੁ ਮਿੰਟਾਂ ਦੇ ਪਿੱਛੋਂ ਤੰਬੂ ਵਿੱਚੋਂ ਬਾਹਰ ਆਏ। ਇਹ ਤਾਂ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਤਲਵਾਰ ਸੀ, ਉਹ ਲਹੂ ਧਿਆਈ ਸ੍ਰੀ ਸਾਹਿਬ ਚਮਕ ਰਹੀ ਸੀ। ਉਸ ਤੋਂ ਬਾਅਦ ਸਤਿਗੁਰੂ ਦੇ ਨੇਤਰ ਚਮਕਦੇ ਸਨ। ਨੇਤਰਾਂ ਨਾਲ ਤੋਂ ਬਹੁਤੀ ਲਾਲੀ ਚਿਹਰੇ ਉੱਤੇ ਸੀ। ਚੰਡੀ ਦੀ ਵਾਰ ਦਾ ਪਾਠ ਕਰਨ ਦੇ ਕਾਰਨ ਨਾਲੋਂ ਸਾਰਾ ਸਰੀਰ ਜੋਸ਼ ਨਾਲ ਥਰ ਥਰ ਕੰਬਦਾ ਸੀ ਸਤਿਗੁਰੂ ਜੀ ਦਾ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਵੀਰ ਆਸਣ ਹੋ ਕੇ ਚੰਡੀ ਦੀ ਵਾਰ ਦਾ ਪਾਠ ਕੀਤਾ। ਪਾਠ ਇੰਨਾ ਉੱਚਾ ਹੋ ਰਿਹਾ ਸੀ ਕਿ ਦੂਰ ਦੂਰ ਤੱਕ ਸੰਗਤ ਨੂੰ ਸੁਣਾਈ ਦਿੰਦਾ ਸੀ। ਚੰਡੀ ਦੀ ਵਾਰ ਦਾ ਭੋਗ ਪਾਇਆ। ਜਦੋਂ ਅੰਤਮ ਪੌੜੀ ਦਾ ਪਾਠ ਕੀਤਾ, ਪੌੜੀ ਮਾਰੇ ਕਹਿੰਦੇ ਸੁਭ ਨਸੁਭ ਪਠਾਇਆ, ਜਮਦੇ ਧਾਮ ਨੂੰ ਇੰਦਰ ਸੱਦ ਬੁਲਾਇਆ, ਰਾਜ ਅਭਿਸ਼ੇਕ ਨੂੰ ਸਿਰ ਪਰ ਛਤਰ ਫਰਾਇਆ, ਰਾਜੇ ਇੰਦਰ ਦੇ 14 ਲੋਕ ਛਾਇਆ, ਜਸ ਜਗਮਾਤਾ ਜਗਮਾਤ ਦਾ ਦੁਰਗਾ ਪਾਠ ਬਣਾਇਆ, ਸਭੇ ਪੌੜੀਆਂ ਫੇਰ ਨਾ ਜੂਨੀਆਂ ਆਇਆ, ਜਿਨ ਇਹ ਗਾਇਆ। ਜਿਨ ਇਹ ਗਾਇਆ ਤੁਕ ਨੂੰ ਦੁਬਾਰਾ ਪੜ੍ਹਿਆ ਕਿ ਅੱਖਾਂ ਲੱਟ ਲੱਟ ਬਣਨ ਲੱਗ ਪਈਆਂ। ਸਤਿਗੁਰੂ ਦੁਆਰਾ ਇਹ ਸਾਰਾ ਸਲੋਕ ਪੜ੍ਹਿਆ। ਚਿਹਰੇ ਉੱਤੇ ਭਿਆਨਕ ਦਾ ਕ੍ਰੋਧ ਸੀ ਮਹਾਰਾਜ ਦੇ। ਸ੍ਰੀ ਸਾਹਿਬ ਨੂੰ ਅਸਮਾਨ ਵਿੱਚ ਘੁਮਾਉਂਦਿਆਂ ਹੋਇਆਂ ਸਤਿਗੁਰੂ ਜੀ ਗਰਜ ਕੇ ਬੋਲੇ,
ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚੋਂ ਕੋਈ ਸਿੱਖ ਅੱਗੇ ਵਧੇ, ਸਾਨੂੰ ਉਸ ਦੇ ਸਿਰ ਦੀ ਲੋੜ ਹੈ। ਹੁਣੇ ਇਸੇ ਵੇਲੇ ਹੁਣੇ ਧਰਮ ਰੱਖਿਆ, ਸੱਚਾਈ ਤੇ ਦੇਸ਼ ਦੀ ਗੁਲਾਮੀ ਦੇ ਸੰਗਲ ਕੱਟਣ ਵਾਸਤੇ ਮਨੁੱਖ ਦੀ ਬਲੀ ਦੇਣੀ ਹੈ। ਮਹਾਰਾਜ ਕਹਿੰਦੇ ਜਿਹਦਾ ਗੁਰੂ ਘਰ ਨਾਲ ਸੱਚਾ ਪ੍ਰੇਮ ਹੈ ਉਹ ਅੱਗੇ ਆਵੇ, ਸਿਰ ਤਲੀ ਤੇ ਰੱਖ ਕੇ ਤੇ ਛੇਤੀ ਆਵੇ। ਹੁਣ ਸਾਧ ਸੰਗਤ ਜੋ ਸਤਿਗੁਰੂ ਜੀ ਨੇ ਇਹ ਗੱਲਾਂ ਕਹੀਆਂ, ਸਾਰੀ ਸੰਗਤ ਦੇ ਵਿੱਚ ਚੁੱਪ ਦਾ ਸਨਾਟਾ ਛਾ ਗਿਆ। ਮੌਤ ਵਰਗਾ ਸਨਾਟਾ, ਝਮਕ ਅੱਖਾਂ ਨਾਲ, ਸਾਹਾਂ ਨੂੰ ਰੋਕ ਕੇ ਸਾਰੇ ਸਤਿਗੁਰੂ ਜੀ ਵੱਲ ਦੇਖਣ ਲੱਗ ਪਏ। ਕੌਣ ਮਰੇ, ਕੌਣ ਅੱਗੇ ਹੋਵੇ, ਇਹ ਸਵਾਲ ਸ਼ਾਇਦ ਸਾਰਿਆਂ ਦੇ ਹਿਰਦਿਆਂ ਅੰਦਰ ਸੀ। ਸਾਰੇ ਦੇਖ ਕੇ ਹੈਰਾਨ ਸਨ, ਜਿਵੇਂ ਮਿੱਟੀ ਦੇ ਬੁੱਤ ਹੁੰਦੇ ਨੇ ਲੋਕ ਐਂ ਝਾਕਣ, ਤਿਵੇਂ ਸਾਰੇ ਹਿੱਲ ਹੋ ਗਏ। ਕਈਆਂ ਕਮਜ਼ੋਰਾਂ ਨੂੰ ਤਰੇਲੀਆਂ ਆ ਗਈਆਂ। ਉਹ ਇਹ ਅਨੁਭਵ ਕਰਨ ਲੱਗੇ ਕਿ ਕਿਤੇ ਸਤਿਗੁਰੂ ਜੀ ਉਹਨਾਂ ਨੂੰ ਹੀ ਨਾ ਆਣ ਕੇ ਕਹਿ ਦੇਣ ਕਿ ਤੁਸਾਂ ਦੀ ਵਾਰੀ ਆ, ਆਓ ਤੁਸੀਂ ਅੱਗੇ ਆਓ। ਮਸੰਦ ਤਾਂ ਬਹੁਤੇ ਭੈ ਭੀਤ ਹੋਏ, ਉਹ ਪਹਿਲਾਂ ਦੇ ਹੀ ਡਰੇ ਹੋਏ ਸਨ। ਉਹ ਜਾਣਦੇ ਸਨ ਕਿ ਸਾਲ ਹੋਇਆ ਹੈ, ਸਤਿਗੁਰੂ ਦਾ ਸ਼ਾਇਦ ਬਲ ਨਹੀਂ ਰਹੇ। ਇਹਨਾਂ ਦੇ ਦਿਮਾਗ ਵਿੱਚ ਕੋਈ ਵੀ ਤੂਫਾਨ ਨਵਾਂ ਆਇਆ ਹੈ। ਬਸ ਔਖਾ ਹੋ ਗਿਆ ਜਿਉਣਾ ਹੁਣ ਸਤਿਗੁਰੂ ਜੀ ਨੂੰ। ਉਹ ਅਭਾਗੇ ਇਹ ਨਾ ਸਮਝੇ ਕਿ ਆਪ ਪਰਮੇਸ਼ਰ ਸਭ ਸ਼ਕਤੀਮਾਨ ਹੈ। ਸਤਿਗੁਰੂ ਜੀ ਕੋਈ ਨਵਾਂ ਖੇਲ ਰਚ ਰਹੇ ਹਨ। ਇਹ ਨਹੀਂ ਪਤਾ ਲੋਕਾਂ ਨੂੰ। ਜਿਹੜੇ ਮਾੜੇ ਦਿਮਾਗ ਉਲਟੀਆਂ ਗੱਲਾਂ ਸੋਚਣ ਲੱਗ ਗਏ। ਕਹਿੰਦੇ ਨੈਣਾ ਦੇਵੀ ਪ੍ਰਗਟ ਕਰੀ ਸੀ ਤੇ ਦਿਮਾਗ ਹਿੱਲ ਗਿਆ। ਉਹ ਨਰਕ ਦੇ ਕੀੜੇ, ਪੇਟ ਦੇ ਮਿੱਤਰ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੱਸਦੇ ਹੋਏ ਵੀ ਸਤਿਗੁਰੂ ਦੇ ਕੌਤਕਾਂ ਨੂੰ ਸਮਝ ਨਹੀਂ ਸਕੇ। ਜਿਹੜੇ ਕੋਲੇ ਵੀ ਰਹਿੰਦੇ ਉਹਨਾਂ ਨੂੰ ਵੀ ਨਹੀਂ ਪਤਾ ਇਹਨਾਂ ਗੱਲਾਂ ਦਾ, ਮਹਾਰਾਜ ਕੀ ਕਰ ਰਹੇ ਹੈ, ਕੋਈ ਨਵਾਂ ਕੌਤਕ ਖੇਡ ਰਹੇ ਹੈ। ਅਸਾਂ ਕਿਹਾ ਹੈ ਕੋਈ ਅਸਾਂ ਦਾ ਪਿਆਰਾ ਸਿੱਖ ਜਿਹੜਾ ਇਹ ਲਹੂ ਧਿਆਈ ਤਲਵਾਰ ਨੂੰ ਆਪਣਾ ਲਹੂ ਦੇਵੇ, ਉੱਠੋ। ਕਿਹੜਾ ਉੱਠਦਾ? ਦੁਆਰਾ ਕਿਹਾ ਮਹਾਰਾਜ ਨੇ। ਸਤਿਗੁਰੂ ਨੇ ਦੂਸਰੀ ਵਾਰ ਮੰਗ ਕੀਤੀ। ਇਹ ਮੰਗ ਵੀ ਹਨੋਕੀ ਸੀ। ਮੌਤ ਤੋਂ ਡਰਦੇ ਤਾਂ ਲੋਕ ਸਤਿਗੁਰ ਸਾਹਿਬਾਂ ਦੀ ਸ਼ਰਨ ਆਉਂਦੇ ਸਨ, ਫਿਰ ਕੌਣ ਅੱਗੇ ਹੋਵੇ। ਬਸ ਫਿਰ ਵੀ ਸੰਗਤ ਵਿੱਚੋਂ ਕੋਈ ਨਾ ਉੱਠਿਆ। ਸਤਿਗੁਰੂ ਨੇ ਤੀਸਰੀ ਵਾਰ ਪੁਕਾਰ ਕੀਤੀ। ਕਹਿੰਦਾ ਕੋਈ ਹੈ ਮੇਰਾ ਸੱਚਾ ਸਿੱਖ। ਇਹ ਤੀਸਰਾ ਬਚਨ ਸੀ। ਤੀਸਰੇ ਬਚਨ ਨੂੰ ਖਾਲੀ ਜਾਣ ਦੇਣਾ, ਆਪਣੇ ਆਪ ਦਾ ਅੰਤ ਕਰਨਾ ਸੀ। ਸਾਰੀ ਸੰਗਤ ਦਾ ਇਹ ਨਹੀਂ ਪਤਾ ਅੰਤ ਹੋ ਜਾਂਦਾ ਉਦੋਂ ਹੀ। ਹਿੰਦੁਸਤਾਨ ਦੀ ਪ੍ਰਾਚੀਨ ਸੱਭਿਅਤਾ ਦੇ ਅਨੁਸਾਰ ਤੀਸਰੇ ਬਚਨ ਨੂੰ ਕੋਈ ਨਹੀਂ ਮੋੜਦਾ, ਇਹਨੂੰ ਉੱਤਰ ਦੇਣਾ ਜ਼ਰੂਰੀ ਸਮਝਿਆ ਜਾਂਦਾ। ਤੀਜਾ ਬਚਨ ਹੈ ਜਿਹੜਾ, ਇਹ ਵਾਰ ਖਾਲੀ ਜਾਣ ਵਾਲਾ ਨਹੀਂ ਸੀ। ਉਸ ਵੇਲੇ ਜਵਾਨ ਉਮਰ ਭਾਈ ਦਿਆ ਰਾਮ ਸੰਗਤ ਵਿੱਚ ਉੱਠਿਆ, ਹੱਥ ਜੋੜੇ, ਸਿਰ ਨੀਵਾਂ ਕਰਕੇ ਹੌਲੀ ਹੌਲੀ ਸਤਿਗੁਰ ਸਾਹਿਬਾਂ ਵੱਲ ਆ ਗਿਆ। ਜਦੋਂ ਸਤਿਗੁਰਾਂ ਦੇ ਕੋਲ ਪੁੱਜਾ ਤਾਂ ਸਤਿਗੁਰਾਂ ਨੇ ਉਸ ਦੀ ਬਾਂਹ ਡੌਲਿਓਂ ਘੁੱਟ ਕੇ ਫੜੀ। ਕ੍ਰੋਧ ਭਰੇ ਲਹਿਜੇ ਵਿੱਚ ਤੰਬੂ ਅੰਦਰ ਲੈ ਕੇ ਬੜੇ ਜ਼ੋਰ ਜੋਸ਼ ਦੇ ਨਾਲ, ਜਿਵੇਂ ਆਪਾਂ ਕਿਸੇ ਨੂੰ ਖਿੱਚ ਕੇ ਲੈ ਜਾਂਦੇ ਹਾਂ, ਜ਼ੋਰ ਦੇ ਨਾਲ ਤਲਵਾਰ ਚੱਲਣ ਤੇ ਸੀਸ ਦੇ ਧਰਤੀ ਉੱਤੇ ਡਿੱਗਣ ਦਾ ਖੜਕਾ ਹੋਇਆ। ਇਹ ਸਾਧ ਸੰਗ ਇੱਕ ਲਿਖਾਰੀ ਵੀ ਲਿਖਦਾ ਵੀ ਇਹ ਗੱਲਾਂ ਸੱਚ ਹੈ, ਝੂਠ ਨਹੀਂ ਹੈ। ਉਹ ਮੁਸਲਮਾਨ ਲਿਖਾਰੀ ਸੀ, ਇੱਕ ਨੌਜਵਾਨ ਉਮਰ ਦਾ। ਉਸ ਵੇਲੇ ਉਹਨੇ ਸਾਰਾ ਆਪਦੇ ਅੱਖੀਂ ਹਾਲ ਦੇਖਿਆ ਸੀ ਅੰਮ੍ਰਿਤ ਛਕਾਉਣ ਦਾ। ਉਹ ਕਹਿੰਦਾ ਸਤਿਗੁਰੂ ਨੇ ਤਾਂ ਇਹ ਤਾਂ ਕਹਿੰਦੇ ਨਾ ਤੰਬੂ ਦੇ ਵਿੱਚ ਲੈ ਕੇ ਗਏ। ਮਹਾਰਾਜ ਤੰਬੂ 'ਚ ਨਹੀਂ, ਮਹਾਰਾਜ ਸਤਿਗੁਰੂ ਜੀ ਸਾਹਮਣੇ ਹੀ ਕੱਟ ਦਿੰਦੇ ਸੀ। ਤੰਬੂ 'ਚ ਤਾਂ ਜਦੋਂ ਬਾਅਦ ਦੇ ਵਿੱਚ ਜਿਉਂਦੇ ਕੀਤੇ ਨਾ ਫੇਰ ਲੈ ਕੇ ਗਏ ਆ ਸਤਿਗੁਰੂ। ਉਹ ਲਿਖਾਰੀ ਲਿਖਦਾ ਵੀ ਅੱਖਾਂ ਦੇ ਸਾਹਮਣੇ ਹੀ ਕੱਟ ਦਿੰਦੇ ਸੀ।
ਤਾਂ ਹੀ ਨਹੀਂ ਨਾ ਉੱਠਦਾ ਸੀ ਛੇਤੀ ਕੀਤੇ ਕੋਈ। ਤੇ ਸਾਧ ਸੰਗ ਉਸੇ ਵੇਲੇ ਜਵਾਨ ਉਮਰ ਦਾ ਭਾਈ ਦਿਆਰਾਮ ਸੰਗਤ ਵਿੱਚ ਉੱਠਿਆ, ਹੱਥ ਜੋੜੇ, ਸਿਰ ਨੀਵਾਂ ਕਰਕੇ ਹੌਲੀ ਹੌਲੀ ਸਤਿਗੁਰੂ ਦੇ ਵੱਲ ਗਿਆ। ਜਦੋਂ ਸਤਿਗੁਰਾਂ ਦੇ ਕੋਲ ਪੁੱਜਾ ਤਾਂ ਉਹਨਾਂ ਨੇ ਬਾਹੋਂ ਫੜਿਆ, ਘੁੱਟ ਕੇ ਤੇ ਤੰਬੂ ਵਿੱਚ ਲੈ ਕੇ ਕਹਿੰਦੇ ਡਿੱਗਣ ਦਾ ਖੜਕਾ ਵੀ ਸੁਣਿਆ ਤੇ ਲਹੂ ਦੀ ਧਾਰਾ ਵੀ ਤੰਬੂ ਤੋਂ ਬਾਹਰ ਆਈ, ਜਿਸ ਨੂੰ ਦੇਖ ਕੇ ਸਾਰੇ ਬਹੁਤ ਪਰੇਸ਼ਾਨ ਹੋਏ। ਸਭ ਦੇ ਮਨ ਡਰ ਗਿਆ ਵੀ ਸਤਿਗੁਰੂ ਜੀ ਅੱਜ ਕੀ ਕਰਨ ਲੱਗੇ ਆ ਯਾਰ, ਵੀ ਇਹ ਗੱਲ ਦੀ ਸਮਝ ਨਹੀਂ ਆ ਰਹੀ, ਨੇ ਲੋਕ ਡਰੀ ਜਾ ਰਹੇ ਆ। ਦੋ ਮਸੰਦ ਘਬਰਾ ਕੇ ਦੀਵਾਨ ਵਿੱਚੋਂ ਉੱਠੇ ਤੇ ਮਾਤਾ ਜੀ ਦੇ ਪਾਸ ਚਲੇ ਗਏ। ਮਾਤਾ ਜੀ ਨੂੰ ਸਾਰਾ ਹਾਲ ਦੱਸਦਿਆਂ ਆਖਿਆ, ਪਤਾ ਨਹੀਂ ਗੁਰੂ ਜੀ ਦੇ ਸੁਭਾਅ ਨੂੰ ਕੀ ਹੋ ਗਿਆ। ਉਹ ਸੰਗ ਦੇ ਵਿੱਚੋਂ ਚੁਣ ਚੁਣ ਕੇ ਸਿੱਖਾਂ ਨੂੰ ਝਟਕਾਉਣ ਲੱਗ ਪਏ ਹਨ। ਉਹਨਾਂ ਨੂੰ ਸਮਝਾਓ, ਕਿਤੇ ਦਿਮਾਗ ਤਾਂ ਨਹੀਂ ਹਿੱਲ ਗਿਆ ਲੱਗਦਾ ਸਾਨੂੰ ਤਾਂ। ਹੁਣ ਦੀਵਾਨ ਵਿੱਚ ਜੋ ਕਮਜ਼ੋਰ ਦਲ ਬੈਠੇ ਸਨ, ਉਹਨਾਂ ਨੇ ਹੌਲੀ ਹੌਲੀ ਬਹਾਨੇ ਨਾਲ ਖਿਸਕਣਾ ਸ਼ੁਰੂ ਕਰ ਦਿੱਤਾ। ਬਹੁਤ ਕਾਹਲ ਕੀਤੀ ਕਿ ਸਤਿਗੁਰੂ ਜੀ ਆ ਕੇ ਉਹਨਾਂ ਦਾ ਸਿਰ ਨਾ ਮੰਗ ਲੈਣ, ਇਉਂ ਤੇਜ਼ੀ ਨਾਲ ਭੱਜੇ ਵੀ ਕਿਤੇ ਸਾਡੋਂ ਨਾ ਲੈ ਜਾਣ। ਜਿਹੜੇ ਅੱਗੇ ਬੈਠੇ ਸਨ ਉਹਨਾਂ ਨੇ ਕਬੂਤਰਾਂ ਵਾਂਗ ਅੱਖਾਂ ਮੀਟ ਲਈਆਂ ਤੇ ਸਿਰ ਨੀਵੇਂ ਸੁੱਟ ਲਏ, ਤਾਂ ਕਿ ਸਤਿਗੁਰੂ ਜੀ ਦੇ ਨੇਤਰ ਲਾਲ ਅੱਖਾਂ ਨਾ ਮਿਲਣ, ਕਿਤੇ ਹੁਕਮ ਨਾ ਹੋਵੇ ਕਿ ਤੁਸੀਂ ਹੀ ਉੱਠੋ, ਇਹ ਨਾ ਗੱਲ ਕਹਿ ਦੇਣ। ਹੁਣ ਸਤਿਗੁਰੂ ਜੀ ਦੁਬਾਰਾ ਸਟੇਜ ਉੱਤੇ ਆਏ। ਹੁਣ ਸ੍ਰੀ ਸਾਹਿਬ ਤਲਵਾਰ ਲਹੂ ਨਾਲ ਰੰਗੀ ਹੋਈ ਸੀ। ਉਸ ਨੂੰ ਦੇਖ ਕੇ ਸਾਰਿਆਂ ਦਾ ਲਹੂ ਠੰਡਾ ਹੋ ਗਿਆ। ਕੋਈ ਸ਼ੱਕ ਨਾ ਰਿਹਾ ਕਿ ਸਤਿਗੁਰੂ ਜੀ ਮਨੁੱਖਾਂ ਦਾ ਖੂਨ ਕਰ ਰਹੇ ਹਨ, ਕਿਉਂਕਿ ਕਰ ਰਹੇ ਹਨ। ਇਸ ਸਵਾਲ ਦਾ ਉੱਤਰ ਉਹਨਾਂ ਨੂੰ ਕੋਈ ਨਹੀਂ ਸੀ ਦਿੰਦਾ। ਸਤਿਗੁਰੂ ਨੇ ਫੇਰ ਫਰਮਾਇਆ, ਇੱਕ ਸਿਰ ਦੀ ਹੋਰ ਲੋੜ ਹੈ। ਕਾਹਲੀ ਨਾਲ ਅਸਾਂ ਦਾ ਕੋਈ ਸਿੱਖ ਉੱਠ ਕੇ ਆਵੇ। ਤਨ ਮਨ ਤੇ ਧਨ ਸਤਿਗੁਰੂ ਜੀ ਦਾ ਹੈ। ਇਹ ਸੋਚ ਕੇ ਭਾਈ ਧਰਮਦਾਸ ਦੀਵਾਨ ਵਿੱਚੋਂ ਉੱਠਿਆ ਤੇ ਸਤਿਗੁਰੂ ਜੀ ਆਪ ਸਿਰ ਮੰਗ ਰਹੇ ਹਨ। ਇਸ ਨਾਲੋਂ ਹੋਰ ਕਿਹੜਾ ਚੰਗਾ ਸਮਾਂ ਹੈ। ਹੁਣ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵਨ ਦਾ ਵੀ ਕੀ ਲਾਭ ਹੈ। ਕੀ ਕਰਨਾ ਇਹੋ ਜਿਹੇ ਮਨੁੱਖਾਂ ਦੇਹੀ ਨਾਲੋਂ। ਇਹ ਤਨ ਲੇਖੇ ਲੱਗ ਜਾਵੇ ਤਾਂ ਚੰਗਾ ਹੈ। ਇਸ ਤਰ੍ਹਾਂ ਮਨ ਹੀ ਮਨ ਸੋਚਦਾ ਹੋਇਆ ਬੜੇ ਉਤਸ਼ਾਹ ਨਾਲ ਸਿਰ ਨੀਵਾਂ ਕਰਕੇ ਹੱਥ ਜੋੜੀ ਸਤਿਗੁਰੂ ਦੇ ਵੱਲ ਚਲਿਆ ਗਿਆ। ਹੁਣ ਜਦੋਂ ਲਾਗੇ ਜਾ ਕੇ ਚਰਨਾਂ ਪਰ ਸਿਰ ਰੱਖਣ ਲੱਗਾ ਤਾਂ ਗੁਰੂ ਜੀ ਸਿਰ ਚਰਨਾਂ 'ਤੇ ਲੱਗਣ ਤੋਂ ਪਹਿਲਾਂ ਹੀ ਡੌਲਿਓਂ ਫੜ ਕੇ ਹੁਜਕਾ ਮਾਰਿਆ ਤੇ ਕਾਹਲੀ ਨਾਲ ਖਿੱਚ ਕੇ ਤੰਬੂ ਵਿੱਚ ਫੇਰ ਲੈ ਗਏ। ਦੂਸਰੇ ਸਿੱਖ ਨੂੰ ਵੀ ਪਹਿਲਾਂ ਦੀ ਤਰ੍ਹਾਂ ਆਵਾਜ਼ ਫਿਰ ਆਈ, ਲਹੂ ਦੀ ਧਾਰਾ ਹੋਰ ਚੱਲੀ, ਤਲਵਾਰ ਲਹੂ ਨਾਲ ਧੋਤੀ ਗਈ। ਕੋਈ 10 ਮਿੰਟ ਪਿੱਛੋਂ ਸਤਿਗੁਰੂ ਜੀ ਫੇਰ ਬਾਹਰ ਆ ਗਏ। ਹੁਣ ਗੁਰੂ ਜੀ ਤੀਸਰੀ ਵਾਰ ਸਟੇਜ ਉੱਤੇ ਆ ਕੇ ਖਲੋਤੇ ਤਾਂ ਕਈਆਂ ਅਗਿਆਨੀਆਂ ਤੇ ਥੋੜ੍ਹੇ ਦਿਲ ਵਾਲਿਆਂ ਨੇ ਕਿਹਾ ਕਿ ਸਤਿਗੁਰੂ ਜੀ ਪਰਸਰਾਮ ਵਾਂਗ ਕਰਨ ਲੱਗੇ ਨੇ, ਕਿਉਂਕਿ ਪਰਸਰਾਮ ਵੀ ਆਪਦੇ ਸਿੱਖਾਂ ਨੂੰ ਮਾਰਨ ਲੱਗ ਗਿਆ ਸੀ। ਕੀ ਸਾਰੇ ਸਿੱਖਾਂ ਨੂੰ ਮਾਰ ਸੁੱਟੇਗਾ? ਕੀ ਚੰਡੀ ਨੈਣਾ ਦੇਵੀ ਦੇ ਪਰਬ ਦੇ ਹੋਮ ਦਾ ਤਪ ਪੁੱਠਾ ਤਾਂ ਨਹੀਂ ਪੈ ਗਿਆ? ਕੋਈ ਚੱਕਰ ਪੁੱਠਾ ਤਾਂ ਨਹੀਂ ਚਲਾ ਦਿੱਤਾ ਚੰਡੀ ਦੀ ਦੇਵੀ ਨੇ? ਇਸ ਤਰ੍ਹਾਂ ਦਾ ਜੀਵਨ ਤੋਂ ਨਿਰਾਸ਼ ਪੁਰਸ਼ ਕਰਦੇ ਹਨ। ਹੁਣ ਦੀਵਾਨ ਵਿੱਚੋਂ ਨੱਸਣਾ ਹੀ ਚੰਗਾ। ਉਹ ਸਾਰੇ ਐਂ ਕਹਿੰਦੇ ਜਿਵੇਂ ਜਾਦਮਾਂ ਦੀ ਤਰ੍ਹਾਂ ਕੁੱਲ ਨਾਸ ਹੋ ਜਾਵੇਗੀ। ਇਉਂ ਸੋਚਦੇ ਹੋਏ ਕਈ ਖਿਸਕਣਾ ਚਾਹੁੰਦੇ ਸਨ, ਪਰ ਸਤਿਗੁਰੂ ਦੇ ਸਨਮੁਖ ਖਲੋਤਿਆਂ ਹੋਇਆਂ ਦੀਵਾਨ ਵਿੱਚ ਉੱਠ ਕੇ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਉਹ ਚੁੱਪਚਾਪ ਦੜ ਵੱਟ ਕੇ ਬੈਠੇ ਰਹੇ।
ਇੱਕ ਹੋਰ ਸਿੱਖ ਦੀ ਲੋੜ ਆ, ਮਹਾਰਾਜ ਫੇਰ ਬਾਹਰ ਆਏ, ਜਿਹੜਾ ਆਪਣਾ ਸਿਰ ਸਾਨੂੰ ਦੇਵੇ। ਗੁਰੂ ਜੀ ਦਾ ਤੀਸਰੀ ਵਾਰ ਸਿਰ ਦੀ ਮੰਗ ਕਰਨਾ ਸੀ। ਇਹ ਬਚਨ ਕੀ ਸੀ? ਬੰਬ ਦਾ ਗੋਲਾ ਸੀ। ਸਾਰੇ ਹੈਰਾਨ ਹੋ ਕੇ ਡਰ ਕੇ ਸੁੰਨ ਹੋ ਗਏ। ਉਹ ਡੌਰ ਭੌਰ ਹੋ ਕੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ। ਸਤਿਗੁਰੂ ਨੇ ਦੂਜੀ ਵਾਰ ਹੁਕਮ ਕੀਤਾ, ਇੰਨੇ ਸਿੱਖਾਂ ਦੀ ਹਾਜ਼ਰੀ ਹੈ ਕਿ ਅਸਾਂ ਦਾ ਸੱਚਾ ਸਿੱਖ ਹੋਰ ਕੋਈ ਨਹੀਂ ਜੋ ਆਪਣਾ ਸਿਰ ਭੇਟਾ ਕਰੇ। ਹੁਣ ਇਹ ਬਚਨ ਸੁਣ ਕੇ ਭਾਈ ਮੋਹਕਮ ਚੰਦ ਦੀਵਾਨ ਵਿੱਚੋਂ ਉੱਠ ਕੇ ਖਲੋ ਗਿਆ। ਉਸ ਦੀ ਉਮਰ ਉਸ ਵੇਲੇ 36 ਸਾਲਾਂ ਦੇ ਲਗਭਗ ਸੀ। ਉਸਨੇ ਵੀ ਪਹਿਲਾਂ ਦੀ ਤਰ੍ਹਾਂ ਹੱਥ ਜੋੜ ਕੇ ਸਿਰ ਨੀਵਾਂ ਕੀਤਾ। ਹੌਲੀ ਹੌਲੀ ਚੱਲ ਕੇ ਗੁਰੂ ਜੀ ਦੇ ਪਾਸ ਚਲਿਆ ਗਿਆ। ਹੁਣ ਸਤਿਗੁਰੂ ਨੇ ਦੂਣੇ ਜੋਸ਼ ਨਾਲ ਉਸਦੀ ਬਾਂਹ ਫੜੀ ਤੇ ਖਿੱਚ ਕੇ ਅੰਦਰ ਲੈ ਗਏ। ਹੁਣ ਸਤਿਗੁਰੂ ਦੇ ਤੰਬੂ ਵਿੱਚ ਦਾਖਲ ਹੋਣ ਦੀ ਢਿੱਲ ਸੀ ਕਿ ਦੀਵਾਨ ਵਿੱਚ ਹਲਚਲੀ ਮੱਚ ਗਈ। ਸਿਦਕ ਦੀਆਂ ਡੀਂਗਾਂ ਮਾਰਨ ਵਾਲੇ ਉੱਠ ਕੇ ਤੁਰ ਗਏ। ਮਸੰਦਾ ਨੇ ਮਾਤਾ ਜੀ ਨੂੰ ਜਾ ਕਿਹਾ, ਗੁਰੂ ਜੀ ਆਪੇ ਤੋਂ ਬਾਹਰ ਹੋ ਗਏ ਹਨ। ਮਾਤਾ ਜੀ ਛੇਤੀ ਕਰੋ, ਆਪ ਦੀਵਾਨ ਵਿੱਚ ਚੱਲ ਕੇ ਉਹਨਾਂ ਨੂੰ ਸਮਝਾਓ। ਜੇ ਹੋ ਸਕੇ ਤਾਂ ਗੁਰਗੱਦੀ ਤੋਂ ਪਾਸੇ ਕਰਕੇ ਟਿੱਕੇ ਅਜੀਤ ਸਿੰਘ ਨੂੰ ਗਿਰਿਆਈ ਦਾ ਤਿਲਕ ਲਾ ਦਿਓ। ਇਸ ਤਰ੍ਹਾਂ ਤਾਂ ਸਾਰੇ ਸਿੱਖਾਂ ਨੂੰ ਮਾਰ ਸੁੱਟਣਗੇ। ਬਹੁਤੇ ਸਿੱਖ ਅਨੰਦਪੁਰ ਤੋਂ ਨੱਸ ਗਏ ਹਨ। ਬਾਕੀ ਦੇ ਬਿਸਤਰੇ ਗੋਲ ਕਰ ਰਹੇ ਹਨ। ਕੋਈ ਪਤਾ ਨਹੀਂ ਕੀ ਆਸਾ ਹੈ, ਇਹ ਕੀ ਗੱਲ ਹੈ। ਬਸ ਇੱਕ ਨੂੰ ਝਟਕਾ ਦੇ ਕੇ ਆਉਂਦੇ ਹਨ, ਦੂਸਰੇ ਦੀ ਮੰਗ ਕਰਦੇ ਆ। ਇੱਕ ਪੁਰਸ਼ ਦਾ ਖੂਨ ਹੋਵੇ ਤਾਂ ਹਨੇਰ ਛਾ ਜਾਂਦਾ ਹੈ। ਸਾਹਿਬਾਂ ਨੇ ਤਾਂ 3 ਆਦਮੀਆਂ ਦਾ ਖੂਨ ਕਰ ਦਿੱਤਾ, ਦੱਸੋ ਕੀ ਕਰੀਏ। ਸਭ ਕੁਝ ਸੁਣ ਚੁੱਕੀ ਹਾਂ, ਮਾਤਾ ਜੀ ਨੇ ਉੱਤਰ ਦਿੱਤਾ, ਪਰ ਉਹਨਾਂ ਦੀ ਆਗਿਆ ਤੋਂ ਬਿਨਾਂ ਦੀਵਾਨ ਵਿੱਚ ਮੈਂ ਨਹੀਂ ਜਾ ਸਕਦੀ। ਮੇਰੀ ਆਤਮਾ ਨੂੰ ਸ਼ਾਂਤੀ ਹੈ। ਮੇਰੀ ਆਤਮਾ ਨੂੰ ਸ਼ੱਕ ਨਹੀਂ ਕਿ ਉਹ ਮਾੜਾ ਕਰ ਰਹੇ ਹਨ। ਅਕਾਲ ਪੁਰਖ ਦੇ ਹੁਕਮ ਅਨੁਸਾਰ ਕੋਈ ਕੌਤਕ ਹੋ ਰਿਹਾ ਹੈ। ਅਕਾਲ ਪੁਰਖ ਭਲੀ ਕਰੇਗਾ, ਕਿਸੇ ਦਾ ਨੁਕਸਾਨ ਨਹੀਂ ਹੋਵੇਗਾ। ਚੁੱਪਚਾਪ ਕੌਤਕ ਦੇਖਦੇ ਜਾਵੋ। ਇਸ ਸਮੇਂ ਉਹਨਾਂ ਦੇ ਕੰਮ ਵਿੱਚ ਦਖਲ ਦੇਣਾ ਠੀਕ ਨਹੀਂ ਹੈ। ਮੈਨੂੰ ਸਿੱਖ ਦੇ ਸਿਰ ਦੀ ਲੋੜ ਆ। ਫੇਰ ਆ ਗਏ ਚੌਥੇ ਨੂੰ। ਹੁਣ ਸਤਿਗੁਰੂ ਦਾ ਬਚਨ ਸੀ। ਉਸ ਵੇਲੇ ਸਤਿਗੁਰਾਂ ਦੇ ਨੇਤਰ ਮਸਾਲਾਂ ਵਾਂਗ ਬਲ ਰਹੇ ਸਨ। ਚਿਹਰੇ ਤੋਂ ਲਾਲੀ ਚੋ ਪੈਂਦੀ ਸੀ। ਜੋਸ਼ ਨਾਲ ਬੁੱਲ ਫਰਕੀ ਜਾਂਦੇ ਸਨ। ਸੱਚਮੁੱਚ ਸ਼ਿਵ ਜੀ ਮਹਾਰਾਜ ਨਾਚ ਕਰਦੇ ਸਨ। ਲਹੂ ਰੱਤੀ ਤੇਗ ਜਦੋਂ ਘੁੰਮਦੀ ਸੀ ਤਾਂ ਲਹੂ ਦੇ ਤਬਕੇ ਡਿੱਗਦੇ ਸਨ। ਸਾਹਿਬ ਆਨੰਦ ਚੰਦ ਦਾ ਨਾਮ ਸਿੱਖ ਉੱਠਿਆ, ਅੱਗੇ ਹੋ ਕੇ ਕਹਿਣ ਲੱਗਾ, ਮੈਂ ਹਾਜ਼ਰ ਹਾਂ, ਮੇਰਾ ਸਿਰ ਹਾਜ਼ਰ ਹੈ। ਸਭ ਕੁਝ ਆਪ ਦਾ ਹੈ, ਮਿਹਰ ਕਰੋ ਤੇ ਗਰੀਬ ਦਾ ਸਿਰ ਪ੍ਰਵਾਨ ਕਰੋ, ਲੇਖੇ ਲੱਗ ਜਾਵੇ। ਆ ਬੇਟਾ ਆ, ਸਾਨੂੰ ਸਿਰ ਦੀ ਲੋੜ ਹੈ। ਸਿੱਖਾਂ ਦੇ ਸਿਰ ਦੀ ਬਹੁਤ ਸਿਰਾਂ ਦੀ ਕਹਿ ਨਹੀਂ ਥੱਕਦੇ। ਕਿੰਨੇ ਸਿਰਾਂ ਦੀ, ਬਸ ਆਓ ਤੇ ਮਨੋਰਥ ਪੂਰਾ ਕਰੋ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਤੇ ਖਿੱਚ ਕੇ ਤੰਬੂ ਵਿੱਚ ਲੈ ਗਏ। ਜਦੋਂ 4 ਸਿੱਖ ਸ਼ਹੀਦ ਹੋ ਗਏ ਤੇ ਸਤਿਗੁਰੂ ਦੇ ਬਚਨ ਵੀ ਸੁਣ ਲਏ, ਬਹੁਤ ਸਿਰਾਂ ਦੀ ਲੋੜ ਹੈ, ਤਾਂ ਦੀਵਾਨ ਬਿਰਲਾ ਹੋ ਗਿਆ। ਥੋੜ੍ਹੇ ਜਿਹੇ ਸਿਦਕੀ ਸਿੱਖ ਬੈਠੇ ਰਹੇ। ਮਸੰਦ ਤਾਂ ਕੋਈ ਵੀ ਪੰਡਾਲ ਵਿੱਚ ਨਾ ਰਿਹਾ। ਥੋੜ ਦਿਲਾਂ ਨੇ ਹਾਹਾਕਾਰ ਮਚਾ ਦਿੱਤੀ। ਵਿਸਾਖੀ ਦਾ ਪਹਿਲਾ ਦਿਹਾੜਾ ਸੀ। ਖੁਸ਼ੀਆਂ ਦੀ ਥਾਂ ਉਦਾਸੀ ਛਾ ਗਈ।
ਸਤਿਗੁਰੂ ਜੀ ਪੰਜਵੀਂ ਵਾਰ ਸਟੇਜ ਉੱਪਰ ਆ ਗਏ। ਤੇਗ ਸ੍ਰੀ ਸਾਹਿਬ ਅਜੇ ਵੀ ਲਹੂ ਰੰਗੀ ਤੇ ਭਿੱਜੀ ਉਹਨਾਂ ਦੇ ਹੱਥ ਵਿੱਚ ਸੀ ਤੇ ਚਿਹਰੇ ਦੀ ਹਾਲਤ ਨਹੀਂ ਸੀ ਬਦਲੀ। ਉਹਨਾਂ ਨੇ ਫਿਰ ਕਿਹਾ, ਗੁਰੂ ਘਰ ਦੇ ਪ੍ਰੇਮੀਓ ਤੇ ਸਿਦਕਬਾਨੋ, ਇੱਕ ਸਿੱਖ ਦੇ ਸਿਰ ਦੀ ਹੋਰ ਲੋੜ ਹੈ। ਇਹ ਲੋੜ ਕਦੋਂ ਪੂਰੀ ਹੋਵੇਗੀ? ਕਈਆਂ ਨੇ ਸੋਚਿਆ। ਅੱਖਾਂ ਮੀਟ ਲਈਆਂ, ਪਰ ਇੱਕ ਹਿੰਮਤ ਰਾਏ ਸਿੱਖ ਉੱਠਿਆ ਜੋ ਜਗਨਨਾਥ ਦਾ ਰਹਿਣ ਵਾਲਾ ਸੀ। ਉਸਨੇ ਵੀ ਉਸੇ ਤਰ੍ਹਾਂ ਹੱਥ ਜੋੜੇ ਜਿਸ ਤਰ੍ਹਾਂ ਪਹਿਲਿਆਂ ਨੇ ਜੋੜੇ ਸਨ। ਉਸੇ ਤਰ੍ਹਾਂ ਹੀ ਨਮਸਕਾਰ ਕੀਤੀ ਜਿਸ ਤਰ੍ਹਾਂ ਪਹਿਲਿਆਂ ਨੇ ਕੀਤੀ ਸੀ। ਸਤਿਗੁਰਾਂ ਨੇ ਉਸਨੂੰ ਬਾਹੋਂ ਫੜ ਲਿਆ ਤੇ ਤੰਬੂ ਵਿੱਚ ਲੈ ਗਏ। ਫਿਰ ਕਿਸੇ ਦੀਵਾਨ ਵਿੱਚੋਂ ਹੋਰ ਲੋਕ ਉੱਠ ਕੇ ਚਲੇ ਗਏ। ਦੀਵਾਨ ਦੇ ਪੰਡਾਲ ਤੋਂ ਬਾਹਰ ਹੋ ਕੇ ਗੱਲਾਂ ਕਰਨ ਲੱਗੇ। 20,000 ਦੀ ਹਾਜ਼ਰੀ ਦੇ ਦੀਵਾਨ ਵਿੱਚ ਮਸਾਂ 400-500 ਦੇ ਕਰੀਬ ਸਿਦਕੀ ਸਿੱਖ ਬੈਠੇ ਰਹੇ। ਪੰਜਵੇਂ ਸਿੱਖ ਭਾਈ ਹਿੰਮਤ ਰਾਏ ਨੂੰ ਤੰਬੂ ਵਿੱਚ ਜਾਣ ਪਿੱਛੋਂ ਸਤਿਗੁਰੂ ਜੀ ਛੇਤੀ ਬਾਹਰ ਨਹੀਂ ਆਏ। ਇਹ ਵੀ ਹੈਰਾਨੀ ਵਾਲੀ ਗੱਲ ਸੀ। ਮਸੰਦ ਹੋਰ ਦੇ ਹੋਰ ਹੀ ਖਿਆਲ ਕਰਨ ਲੱਗ ਪਏ। ਉਹਨਾਂ ਨੂੰ ਡਰ ਹੋਇਆ ਕਿ ਕਿਤੇ ਸਤਿਗੁਰੂ ਜੀ ਆਪ ਹੀ ਆਤਮ ਘਾਤ ਨਾ ਕਰ ਲੈਣ। ਉਹ ਤੰਬੂ ਦੇ ਨੇੜੇ ਹੋ ਕੇ ਕੰਨ ਲਾ ਕੇ ਸੋਆਂ ਲੈਣ ਲੱਗ ਪਏ ਸੀ। ਹੁਣ ਸਾਧ ਸੰਗਤ, ਇਸ ਤਰ੍ਹਾਂ ਸਤਿਗੁਰੂ ਜੀ ਨੇ ਜਿਹੜੇ 5 ਸਿੱਖਾਂ ਦੇ ਸੀਸ ਅਲੱਗ ਕਰ ਦਿੱਤੇ। ਹੁਣ ਜਦੋਂ ਸਤਿਗੁਰੂ ਜੀ 5ਵੇਂ ਸਿੱਖ ਨੂੰ ਤੰਬੂ ਵਿੱਚ ਲਿਜਾ ਕੇ ਤੇ ਸਤਿਗੁਰੂ ਜੀ ਫਿਰ ਮੁੜ ਕੇ ਛੇਤੀ ਵਾਪਸ ਨਹੀਂ ਆਏ। ਉਸ ਸਮੇਂ ਵਿੱਚ ਸਾਰੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਰਹੇ। ਕਿਸੇ ਦਾ ਕੁਝ ਵਿਚਾਰ ਸੀ ਤੇ ਕਿਸੇ ਦਾ ਕੁਝ। ਚਿਹਰਿਆਂ ਤੋਂ ਨਿਰਭੈਤਾ ਦੇ ਨਿਸ਼ਾਨ ਦੂਰ ਸਨ। ਕਈਆਂ ਦੇ ਹਿਰਦੇ ਕੰਬਦੇ ਸਨ। ਉਹ ਡਰਦੇ ਸਨ ਕਿ ਕਿਤੇ ਸਤਿਗੁਰੂ ਜੀ ਮੁੜ ਕੇ ਨਾ ਆ ਕੇ ਕਹਿਣ ਕਿ ਹੋਰ ਸਿਰਾਂ ਦੀ ਲੋੜ ਹੈ। ਇਹ ਉਸ ਗੁਰੂ ਜੀ ਦੀ ਨਿੰਦਿਆ ਵੀ ਕਰਦੇ ਹਨ। ਸਵਰਗ ਵਿੱਚ ਬੈਠੇ ਹੋਏ ਅਭਾਗੇ ਪ੍ਰਾਣੀ ਨਰਕ ਦੀ ਆਸ ਕਰ ਰਹੇ ਸਨ। ਕੋਈ 1 ਘੰਟੇ ਪਿੱਛੋਂ ਸਤਿਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ। ਉਹਨਾਂ ਦੇ ਹੱਥ ਵਿੱਚ ਤੇਗ ਨਹੀਂ ਸੀ, ਤੇਗ ਬਿਆਨ ਵਿੱਚ ਸੀ ਤੇ ਚਿਹਰੇ ਉੱਤੇ ਨਿਰਾਲੀ ਮੁਸਕਰਾਹਟ ਸੀ। ਸਾਰਾ ਚਿਹਰਾ ਨੂਰੋ ਨੂਰ ਹੋਇਆ ਸੀ। ਉਹਨਾਂ ਦੇ ਪਿੱਛੇ ਉਹ 5 ਸਿੱਖ ਸਨ ਜਿਨ੍ਹਾਂ ਦੇ ਸੀਸ ਲਏ ਸਨ। ਉਹਨਾਂ ਦਾ ਇੱਕ ਪੋਸ਼ਾਕਾ ਸੀ। ਉਹਨਾਂ ਦੇ ਚਿਹਰਿਆਂ ਉੱਤੇ ਵੀ ਰੱਬੀ ਨੂਰ ਸੀ। ਉਹ ਵੀ ਬੁੱਲ੍ਹਾਂ ਵਿੱਚ ਮੁਸਕਰਾ ਰਹੇ ਸਨ। ਅੱਖਾਂ ਵਿੱਚ ਨੂਰ ਦੀ ਚਮਕ, ਉਹ ਦੇਵਤੇ ਲੱਗਦੇ ਸੀ। ਉਹਨਾਂ 5 ਨੂੰ ਸਤਿਗੁਰਾਂ ਨੇ ਪਿੱਛੇ ਆਉਂਦਿਆਂ ਦੇਖ ਕੇ ਜਿਹੜੇ ਸਿੱਖ ਪੰਡਾਲ ਵਿੱਚ ਬੈਠੇ ਰਹੇ ਸਨ, ਉਹ ਬਹੁਤ ਖੁਸ਼ ਹੋਏ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਮੂੰਹ ਵਿੱਚ ਉਂਗਲਾਂ ਪਾ ਪਾ ਕੇ ਸੋਚਣ ਲੱਗੇ ਕਿ ਇਹ ਕੀ ਕੌਤਕ ਹੋ ਗਿਆ। ਜੇ ਇਸੇ ਤਰ੍ਹਾਂ ਹੋਣਾ ਸੀ ਤਾਂ ਅਸੀਂ ਕਿਉਂ ਨਾ ਅੱਗੇ ਹੋ ਕੇ ਸਿਰ ਦਿੱਤੇ। ਹੁਣ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਦੀ ਪ੍ਰੀਖਿਆ ਕੀਤੀ। ਅਸੀਂ ਮੋਹ ਦੇ ਸ਼ਿਕਾਰ ਹੋ ਗਏ। ਇਸ ਤਰ੍ਹਾਂ ਉਹ ਵਿਚਾਰਾਂ ਕਰਦੇ 5 ਵੱਲ ਦੇਖਦੇ ਰਹੇ। ਸਟੇਜ ਉੱਤੇ ਪੁੱਜ ਕੇ ਸਤਿਗੁਰੂ ਨੇ 5 ਸਿੱਖਾਂ ਨੂੰ ਆਪਣੇ ਬਰਾਬਰ ਦੇ ਖੜਾ ਕਰਕੇ ਆਖਿਆ, ਇਹ 5 ਸਿੱਖ ਮੇਰੇ ਪਿਆਰੇ ਸਿੱਖ ਹਨ। ਇਹਨਾਂ ਦਾ ਨਾਮ ਅੱਜ ਤੋਂ 5 ਪਿਆਰੇ ਹੈ। ਇਹ 5 ਪਿਆਰੇ ਨਵੇਂ ਪੰਥ ਦੀ ਸਾਜਣਾ ਕਰਨਗੇ। ਜਿਹੜਾ ਪੰਥ ਦੂਸਰੇ ਮਜ਼ਹਬਾਂ ਨਾਲੋਂ ਵੱਖਰਾ ਹੋਵੇਗਾ, ਬਾਕੀ ਸਾਰਾ ਕਾਰਜ ਕੱਲ੍ਹ ਕੀਤਾ ਜਾਵੇਗਾ। ਸਾਰੀ ਸਿੱਖ ਸੰਗਤ ਦੀਵਾਨ ਵਿੱਚ ਪੁੱਜੇ। ਕੋਈ ਪ੍ਰਾਣੀ ਕੱਲ੍ਹ ਦੇ ਦੀਵਾਨ ਵਿੱਚ ਗੈਰ ਹਾਜ਼ਰ ਨਾ ਹੋਵੇ। ਇਹ ਆ ਕੇ ਸਤਿਗੁਰੂ ਨੇ 5 ਪਿਆਰਿਆਂ ਨੂੰ ਵਿਦਾ ਕੀਤਾ। ਉਹ ਮੁੜ ਸੰਗਤ ਵਿੱਚ ਇੱਕ ਪਾਸੇ ਬਰਾਜ ਗਏ। ਕੀਰਤਨ ਸੁਣਨ ਲੱਗੇ।
ਅਤੇ ਸਤਿਗੁਰੂ ਜੀ ਘਰ ਨੂੰ ਚਲੇ ਗਏ। ਅਤੇ ਮਾਤਾ ਗੁਜਰੀ ਜੀ ਸਤਿਗੁਰੂ ਦੇ ਮਹਿਲ ਮਾਤਾ ਜੀਤੋ ਜੀ ਸੁੰਦਰੀ ਅਤੇ ਸਾਹਿਬ ਕੌਰਾਂ ਜੀ ਬਹੁਤ ਤੀਬਰ ਧੜਕਣ ਨਾਲ ਉਡੀਕ ਕਰ ਰਹੀਆਂ ਸਨ। ਸਭ ਨੇ ਬੜੀ ਹੈਰਾਨੀ ਨਾਲ ਸਾਰੇ ਕੌਤਕ ਦੇ ਹੋਣ ਨੂੰ ਪੁੱਛਿਆ। ਸਤਿਗੁਰੂ ਨੇ ਸਾਰਾ ਹਾਲ ਪੂਰੇ ਵਿਸਥਾਰ ਨਾਲ ਸੁਣਾਇਆ। ਇਹ ਸੁਣ ਕੇ ਮਾਤਾ ਜੀ ਅਤੇ ਸਤਿਗੁਰੂ ਜੀ ਦੇ ਮਹਿਲ ਬਹੁਤ ਖੁਸ਼ ਹੋਏ। ਹੁਣ ਸਾਧ ਸੰਗਤ ਅੰਮ੍ਰਿਤ ਤਿਆਰ ਕਰਨਾ।